वाल्मीकि अंबेडकर अंदोलन अंतर्राष्ट्रीय आदर्श के राष्ट्रीय प्रचारक ਅਤੇ श्रोमणी अकाली दल के सीनियर मीत प्रधान राजकुमार तिकाए जी जन जागरण तहत तलवाड़ा के सैक्टर 4 के वाल्मीकि मंदिर पहुंचे ਅਤੇ इस मौके उन्होंने मंदिर विच पहुंची सारी संगत नाल अपने विचार साझे किए। तलवाड़ा तो सोनू थापर की विशेष रिपोर्ट। तो हम कहते हैं कि राजकुमार तिकाए बाद में, पहले ही मैं वाल्मीकि। कभी कभी हमें अब इस बात पे विचार करने का समय आ गया कि हमें कोई पूछे कि आप कौन, हमें वाल्मीकि कहना चाहिए कि नहीं। सृष्टिकर्ता वाल्मीकि अमृतदाता जी, जिन्होंने इस पूरी सृष्टि की रचना की, पूरी कायनात को जिन्होंने सजाया, हमें गलती भी मिल जाती है जबकि परमात्मा ने हजारों करोड़ों साल पहले ये सब कुछ कर दिया। हमें दिन चाहिए तो उसने सूरज भी बना दिया और परमात्मा ने जीवन को बदलने का एक नए नए आयाम जो हमें दिए। इस प्रगति का मूल कारण, मूल रूप उन्होंने क्या दिखाया है कि केवल और केवल सृष्टिकर्ता वाल्मीकि अमृतदाता जी की तस्वीर है, उनकी फोटो है, उनकी प्रतिमा है पूरी दुनिया में। ਤੁਹਾਡਾ ਜਿਹੜੀ ਪ੍ਰਚਾਰਕ ਫੇਰੀ ਡਿਸਟ੍ਰਿਕਟ ਹੁਸ਼ਿਆਰਪੁਰ ਵਿੱਚ ਅੱਜ ਤਲਵਾੜਾ ਹੁਸ਼ਿਆਰਪੁਰ ਤੋਂ ਹੁੰਦੀ ਹੋਈ ਅੱਜ ਤਲਵਾੜਾ ਵਿੱਚ ਆਈ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਅਸੀਂ ਪੂਰੇ ਸਮਾਜ ਨੂੰ ਜਨ ਜਾਗਰਣ ਅਭਿਆਨ ਦੇ ਤਹਿਤ ਅੱਜ ਸਵੇਰ ਤੋਂ ਹੀ ਹੁਸ਼ਿਆਰਪੁਰ, ਅਈਆਪੁਰ ਔਰ ਟਾਂਡਾ ਉੜਮੁੜ ਤੋਂ ਬਾਅਦ ਅੱਜ ਇੱਥੇ ਤਲਵਾੜਾ 'ਚ ਜਿਹੜਾ ਲਾਸਟ ਸਾਡਾ ਸਟੇ ਸੀਗਾ। ਔਰ ਜੋ ਪਿਛਲੇ ਟਾਈਮ ਤੋਂ ਲਗਾਤਾਰ ਕੇਂਦਰ ਦੀ ਸਰਕਾਰ ਦਲਿਤ ਮਾਰੂ ਨੀਤੀਆਂ, ਕਿਸਾਨ ਮਾਰੂ ਨੀਤੀਆਂ ਤੇ ਕੰਮ ਕਰ ਰਹੀ ਆ, ਉਸ ਲਈ ਲੋਕਾਂ ਨੂੰ ਸੁਚੇਤ ਕਰਨਾ ਕਿ ਪਿਛਲੇ ਸਮੇਂ 'ਚ ਸ਼ਾਇਦ ਤੁਹਾਡੇ ਧਿਆਨ 'ਚ ਹੋਵੇ ਕਿ 2 ਅਪ੍ਰੈਲ 2018 ਨੂੰ ਐਟਰੋਸਿਟੀ ਐਕਟ ਨੂੰ ਲੈ ਕੇ ਭਾਰਤ ਬੰਦ ਦੀ ਕਾਲ ਸੀ ਸਾਰੇ ਦਲਿਤ ਸੰਗਠਨਾਂ ਵੱਲੋਂ। ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀ ਬਣਨ ਤੋਂ ਹੀ ਚਾਲ ਹੈ ਕਿ ਰਿਜ਼ਰਵੇਸ਼ਨ ਨੂੰ ਖਤਮ ਕਰਨਾ, ਔਰ ਇਹਨਾਂ ਨੇ ਐਕਸਪੈਰੀਮੈਂਟ ਕੀਤਾ ਸੀ ਐਟਰੋਸਿਟੀ ਐਕਟ ਨੂੰ ਲੈ ਕੇ, ਜਿਹਦਾ ਪੂਰੇ ਭਾਰਤ ਦੇ ਲੋਕਾਂ ਨੇ ਬੜਾ ਭਰਵਾਂ ਹੰਗਾਰਾ ਦੇ ਕੇ ਸਰਕਾਰ ਦੇ ਮੂੰਹ ਤੇ ਜ਼ਬਰਦਸਤ ਚਪੇੜ ਮਾਰੀ। ਸਰਕਾਰ ਨੇ ਉਹ ਫੈਸਲਾ ਤਾਂ ਵਾਪਸ ਲੈ ਲਿਆ, ਪਰ ਰਿਜ਼ਰਵੇਸ਼ਨ ਨੂੰ ਖਤਮ ਕਰਨ ਦਾ ਇੱਕ ਚੋਰ ਦਰਵਾਜ਼ਾ ਲੱਭਿਆ। ਉਸ ਚੋਰ ਦਰਵਾਜ਼ੇ ਰਾਹੀਂ ਕਰੋਨਾ ਨੂੰ ਲੈ ਕੇ ਪੂਰਾ ਦੇਸ਼ ਹੀ ਨਹੀਂ ਪੂਰਾ ਵਿਸ਼ਵ ਤਰਾਹ ਕਰ ਰਿਹਾ ਸੀ, ਪਰ ਭਾਰਤ ਦੀ ਸਰਕਾਰ ਦਲਿਤਾਂ ਤੇ ਅਤਿਆਚਾਰ ਕਰਨ ਲਈ ਪੂਰਾ ਰੇਲ, ਭੇਲ, ਇੰਡੀਅਨ ਆਇਲ, LIC ਤੋਂ ਲੈ ਕੇ ਸਾਰੇ ਡਿਪਾਰਟਮੈਂਟਾਂ ਦਾ ਨਿੱਜੀਕਰਨ ਕਰਤੇ ਰੱਖਿਆ। ਇਸ ਕਰਕੇ ਕਿ ਕਰੋਨਾ ਦੇ ਵਿੱਚ ਲੋਕ ਲੋਕਡਾਊਨ 'ਚ ਆਪਣੇ ਘਰਾਂ 'ਚ ਹੈ, ਵਿਦਰੋਹ ਕਰਨ ਲਈ, ਅੰਦੋਲਨ ਕਰਨ ਲਈ ਆ ਨਹੀਂ ਸਕਦੇ, ਤੇ ਰਿਜ਼ਰਵੇਸ਼ਨ ਖਤਮ ਕਰਨ ਦੀ ਬਜਾਏ ਪੂਰੇ ਦੇਸ਼ ਦਾ ਨਿੱਜੀਕਰਨ ਕਰ ਦਿਓ। ਉਸ ਨੂੰ ਲੈ ਕੇ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਕਿ ਜੇ ਸਰਕਾਰ ਸੱਤਾ 'ਚ ਰਹਿੰਦੀ ਆ ਤੇ ਸਾਨੂੰ ਪੂਰਾ ਡਰ ਹੈ ਕਿ ਬਾਬਾ ਸਾਹਿਬ ਅੰਬੇਡਕਰ ਦੇ ਲਿਖੇ ਹੋਏ ਸੰਵਿਧਾਨ ਨਾਲ ਛੇੜਛਾੜ ਹੋਏਗੀ। ਹਾਂਜੀ, ਤੁਹਾਡੇ ਕੋਲ ਧਾਰਮਿਕ ਦੇ ਨਾਲ ਇੱਕ ਰਾਜਨੀਤਿਕ ਵੀ ਅਹੁਦਾ ਹੈ, ਤੁਸੀਂ ਇਹ ਜਿਹੜਾ ਗੱਠਜੋੜ ਹੋਇਆ ਬਸਪਾ ਦਾ ਸ਼੍ਰੋਮਣੀ ਅਕਾਲੀ ਦਲ ਨਾਲ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕਾਂ ਨੇ ਪਿਛਲੇ ਸਮੇਂ 2017 'ਚ ਬਹੁਤ ਭਾਰੀ ਗਲਤੀ ਕੀਤੀ ਸੀਗੀ ਕਾਂਗਰਸ ਦੀ ਸਰਕਾਰ ਨੂੰ ਲਿਆ ਕੇ। ਕਾਂਗਰਸ ਦਾ ਇੱਕ ਰਿਕਾਰਡ ਰਿਹਾ, ਚਾਹੇ ਇਹ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਤੁਸੀਂ 2002 ਤੋਂ 2007 ਦਾ ਟਾਈਮ ਪੀਰੀਅਡ ਦੇਖ ਲਓ, ਜਾਂ ਆਹ 2017 ਤੋਂ ਲੈ ਕੇ ਅੱਜ 4.5 ਮਹੀਨੇ ਹੋ ਗਏ, ਜਿੰਨੀਆਂ ਸਕੀਮਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਸਰਕਾਰ ਦੇ ਟਾਈਮ ਤੇ ਚੱਲੀਆਂ ਦਲਿਤਾਂ ਦੇ ਉਜਵਲ ਭਵਿੱਖ ਲਈ, ਚਾਹੇ ਉਹ ਲੋਕਾਂ ਤੇ ਆਰਥਿਕ ਬੋਝ ਨੂੰ ਘੱਟ ਕਰਨ ਲਈ ਬਿਜਲੀ ਦੇ 200 ਯੂਨਿਟ ਮਾਫ ਸੀ, ਚਾਹੇ ਦਲਿਤ ਲੜਕੀਆਂ ਤੇ ਦੂਜੇ ਗੈਰ ਦਲਿਤ ਪਰਿਵਾਰਾਂ ਦੀਆਂ ਵੀ ਲੜਕੀਆਂ ਦੇ ਵਿਆਹ ਲਈ ਸ਼ਗਨ ਸਕੀਮ ਦੇ ਰੂਪ 'ਚ ਇੱਕ ਵੱਡੀ ਰਾਸ਼ੀ ਦਿੱਤੀ ਜਾਂਦੀ ਸੀ, ਜਾਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ। ਇਹ ਉਹ ਸਾਰੀਆਂ ਸਕੀਮਾਂ ਜਿਹੜੀਆਂ ਆਟਾ ਦਾਲ ਤੋਂ ਲੈ ਕੇ ਹੋਰ ਜਿਹੜੀਆਂ ਸਕੀਮਾਂ ਦਾ ਆਮ ਆਦਮੀ ਨੂੰ, ਗਰੀਬ ਆਦਮੀ ਨੂੰ ਲਾਭ ਹੋ ਰਿਹਾ ਸੀ, ਉਹ ਸਕੀਮਾਂ ਬੰਦ ਕਰਕੇ ਦਲਿਤਾਂ ਦੇ ਉੱਤੇ ਅਤਿਆਚਾਰ ਵਧਾਉਣ ਵਾਲੀ ਤੇ ਆਰਥਿਕ ਰੂਪ 'ਚ ਉਹਨਾਂ ਦਾ ਸ਼ੋਸ਼ਣ ਕਰਨ ਦੇ ਫੈਸਲੇ ਆ। ਇਸ ਗੱਲ ਕੀਤੀ ਜਾਵੇ ਵੀ ਸ਼੍ਰੋਮਣੀ ਅਕਾਲੀ ਦਲ ਨੇ ਵੀ ਵਿਤਕਰਾ ਕੀਤਾ ਵਾਲਮੀਕੀ ਭਾਈਚਾਰੇ ਨਾਲ, ਟਿਕਟ ਨਹੀਂ ਮਿਲੀ ਔਰ ਜਿਹੜੀਆਂ ਟਿਕਟਾਂ ਕੱਟੀਆਂ ਗਈਆਂ ਆ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਨਹੀਂ, ਇਹ ਹਜੇ ਇੱਕ ਕਾਂਗਰਸ ਜਾਂ ਹੋਰ ਵਿਰੋਧੀਆਂ ਦੀਆਂ ਇੱਕ ਭਰਮਿਤ ਕਰਨ ਦੀਆਂ ਇਹ ਸੂਚਨਾਵਾਂ ਆ। ਸ਼੍ਰੋਮਣੀ ਅਕਾਲੀ ਦਲ ਨੇ ਹਜੇ ਤੱਕ ਟਿਕਟਾਂ ਅਨਾਉਂਸ ਨਹੀਂ ਕੀਤੀਆਂ। ਜਿੰਨੀ ਦੇਰ ਤੱਕ ਟਿਕਟਾਂ ਅਨਾਉਂਸ ਨਾ ਹੋਣ ਆਪਾਂ ਇਸ ਨੂੰ ਇਸ ਤਰੀਕੇ ਨਾਲ ਨਹੀਂ ਕਹਿ ਸਕਦੇ। ਜਿੱਥੋਂ ਤੱਕ ਵਾਲਮੀਕੀ ਸਮਾਜ ਦੀ ਗੱਲ ਹੈ,
ਉਹ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਤੋਂ ਸਾਨੂੰ ਨਜ਼ਰ ਆਉਂਦਾ ਆ ਕਿ ਪਰਮ ਆਦਰਣੀਏ ਆਦਿ ਧਰਮ ਗੁਰੂ ਦਰਸ਼ਨ ਧਨ ਰਾਵਣ ਜੀ ਦੇ ਕਹਿਣ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ, ਜੋ ਮੁੱਖ ਮੰਤਰੀ ਸੀਗੇ ਪਿਛਲੇ 10 ਸਾਲਾਂ 'ਚ ਲਗਾਤਾਰ 2007 ਤੋਂ 17 ਤੱਕ, ਉਹਨਾਂ ਨੇ ਪਾਵਨ ਵਾਲਮੀਕੀ ਤੀਰਥ ਦਾ ਨਿਰਮਾਣ ਕਰਾਉਣ ਦੇ ਲਈ ਲਗਭਗ 252 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ। ਸਾਡੀ ਜੇ ਗੱਲ ਕੀਤੀ ਜਾਵੇ ਸਫਾਈ ਸੇਵਕਾਂ ਦੀ, ਪਿਛਲੇ ਮੇਰੇ ਖਿਆਲ ਨਾਲ 10 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਆ, ਇੱਕ ਵੀ ਸਫਾਈ ਸੇਵਕ ਨਹੀਂ ਭਰਤੀ ਕੀਤਾ ਗਿਆ, ਕੀ ਕਾਰਨ? ਨਾ, ਬਿਲਕੁਲ ਨਹੀਂ, ਇਹ ਗਲਤ ਆંકੜਾ ਆ। 28,557 ਸਫਾਈ ਕਰਮਚਾਰੀ, ਜਿਨ੍ਹਾਂ 'ਚ 12,500 ਦੇ ਕਰੀਬ ਲੋਕਲ ਬੋਡੀ ਦੇ ਸਥਾਨਕ ਸਰਕਾਰਾਂ ਦੇ ਮੁਲਾਜ਼ਮ ਸੀ ਔਰ 13,997 ਉਹ ਮੁਲਾਜ਼ਮ ਸੀ ਜਿਹੜੇ ਸਕੂਲਾਂ ਦੇ ਵਿੱਚ ਕੰਮ ਕਰ ਰਹੇ ਸੀ ਸਫਾਈ ਕਰਮਚਾਰੀ ਦੇ ਰੂਪ 'ਚ। ਤੇ ਇਸ ਤੋਂ ਇਲਾਵਾ ਕੁਝ ਗਿਣਤੀ ਐਕਸਾਈਜ਼ ਟੈਕਸ ਸਟੇਸ਼ਨ ਜਾਂ ਸਹਿਕਾਰਤਾ ਜਾਂ ਹੈਲਥ ਨੂੰ ਲੈ ਕੇ ਉਹਨਾਂ 'ਚ ਸੀਗੇ, ਉਹ ਸਾਰਿਆਂ ਨੂੰ ਰੈਗੂਲਰ ਕੀਤਾ ਗਿਆ। ਬੜੀ ਵੱਡੀ ਗਿਣਤੀ ਸੀ ਇਹ। ਸਰ ਜੇ ਗੱਲ ਕੀਤੀ ਜਾਵੇ ਕਾਰਪੋਰੇਸ਼ਨਾਂ ਦੀ, ਸਭ ਤੋਂ ਗੰਦਗੀ ਦਾ ਕੰਮ ਜਿਹੜਾ ਕਾਰਪੋਰੇਸ਼ਨ ਕਰ ਰਹੀ ਆ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਸਰ? ਇੱਕ ਦੇਖੋ, ਜਿਹੜਾ ਸਫਾਈ ਕਰਮਚਾਰੀ ਨਾਲ ਧੱਕਾ ਹੁੰਦਾ ਪਿਆ ਆ, ਹੋ ਰਿਹਾ ਆ, ਔਰ ਜਿੰਨੀ ਦੇਰ ਤੱਕ ਅਸੀਂ ਸਾਰੇ ਪੰਜਾਬ ਦੇ ਲੋਕ, ਸਾਰੇ ਪੰਜਾਬੀ ਸਮੂਹਿਕ, ਹਰ ਕੈਟਾਗਰੀ ਦਾ ਬੰਦਾ ਜਿੰਨੀ ਵਾਰੀ ਉਹ ਕਾਂਗਰਸ ਨੂੰ ਲਿਆਉਣ ਦੀ ਗਲਤੀ ਕਰੇਗਾ, ਇਹ ਹਰਜਾਨਾ ਭੁਗਤਣਾ ਪਏਗਾ। ਉਹ ਅਤਿਆਚਾਰ ਤੇ ਸ਼ੋਸ਼ਣ ਦਾ ਸ਼ਿਕਾਰ ਹਰ ਆਦਮੀ ਨੂੰ ਹੋਣਾ ਪਏਗਾ, ਜਿੰਨੀ ਵਾਰ ਅਸੀਂ ਇਸ ਪਾਰਟੀ ਨੂੰ ਸੱਤਾ 'ਚ ਲੈ ਕੇ ਆਵਾਂਗੇ। ਸਰ ਜਿਹੜਾ ਪਿੱਛੇ ਜੇ ਵਾਲਮੀਕੀ ਭਾਈਚਾਰੇ ਵੱਲੋਂ ਇੱਕ ਜਲੰਧਰ ਤੋਂ ਮੰਗ ਪੱਤਰ ਦੇਣ ਗਏ ਆ ਆਪਣੇ ਚੰਦਨ ਗਰੇਵਾਲ ਜੀ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਸਰ? ਮੈਨੂੰ ਲੱਗਦਾ ਇਹ ਸਾਡਾ ਅਧਿਕਾਰ ਹੈ ਔਰ ਸਰਕਾਰ ਨੇ ਪਾਲਿਸੀ ਬਣਾਈ ਸੀ ਪਿਛਲੀ ਸਰਕਾਰ ਦੇ ਟਾਈਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਕਿ ਚੌਥਾ ਦਰਜਾ ਮੁਲਾਜ਼ਮ, ਚਾਹੇ ਉਹ ਸਫਾਈ ਕਰਮਚਾਰੀ, ਚਾਹੇ ਬੇਲਦਾਰ, ਚਾਹੇ ਉਹ ਪੀਐਨ ਚਪੜਾਸੀ ਆ, ਜੇ ਡੀਸੀ ਰੇਟ ਤੇ ਕੰਮ ਕਰਦੇ ਹੋਏ ਉਹਨੂੰ 3 ਸਾਲ ਪੂਰੇ ਹੋ ਜਾਂਦੇ ਆ ਤੇ ਉਹਨੂੰ ਰੈਗੂਲਰ ਕੀਤਾ ਜਾਣਾ ਚਾਹੀਦਾ। ਅਸੀਂ ਅਗਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਆਉਣ ਤੇ ਇਸ ਨੂੰ ਕਾਨੂੰਨ ਬਣਾਉਣਾ ਚਾਹੁੰਦੇ ਆ ਕਿ 3 ਸਾਲ ਕਿਸੇ ਚੌਥਾ ਦਰਜਾ ਮੁਲਾਜ਼ਮ ਦੇ ਪੂਰਾ ਹੋਣ ਤੋਂ ਬਾਅਦ ਅਗਰ 37ਵੇਂ ਮਹੀਨੇ ਉਹਨੂੰ ਪੂਰੀ ਸੈਲਰੀ ਨਹੀਂ ਮਿਲਦੀ ਤੇ ਉਸ ਨਾਲ ਸੰਬੰਧਿਤ ਅਫਸਰ ਦੇ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਆ, ਨਾ ਕਿ 8-8 ਸਾਲ ਤੱਕ ਸਫਾਈ ਕਰਮਚਾਰੀ ਦਾ ਸ਼ੋਸ਼ਣ ਹੋਵੇ। ਸਾਡੀ ਕਿਸਾਨੀ ਮੁੱਦੇ ਬਾਰੇ ਕੀ ਕਹਿਣਾ ਚਾਹੁੰਦੇ? ਮੈਨੂੰ ਲੱਗਦਾ ਹੈ ਇਕੱਲਾ ਕਿਸਾਨ ਨਹੀਂ, ਸਾਡੇ ਸਾਰਿਆਂ ਨਾਲ ਜੁੜਾ ਹੋਇਆ ਮੁੱਦਾ ਆ। ਜੇ ਇਹ ਬਿੱਲ ਡਿਕਟੇਟਰਸ਼ਿਪ ਦੇ ਨਾਲ ਲਾਗੂ ਕੀਤੇ ਜਾਣਗੇ ਤੇ ਫਿਰ ਇਹ ਹਜ਼ਾਰਾਂ ਨਹੀਂ ਲੱਖਾਂ ਲੋਕਾਂ ਦੀਆਂ ਲਾਸ਼ਾਂ ਤੋਂ ਬਾਅਦ ਲਾਗੂ ਕੀਤੇ ਜਾਣਗੇ। ਇਹ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਦਲਿਤਾਂ ਨੂੰ ਵੀ ਕਹਿਣਾ ਚਾਹੁੰਦਾ ਆ, ਕਿਸਾਨਾਂ ਦੇ ਖਿਲਾਫ ਬਿੱਲ ਦਾ ਅਰਥ ਹੈ ਕਿ ਮੰਡੀ ਬੋਰਡ ਤੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਨੂੰ ਖਤਮ ਕਰਨ ਦੀ ਸਾਜ਼ਿਸ਼ ਹੈ, ਜਿਨ੍ਹਾਂ 'ਚ ਦਲਿਤਾਂ ਦੀ ਬਹੁਤ ਵੱਡੀ ਸ਼ਮੂਲੀਅਤ ਹੈ ਇੰਪਲੋਇਮੈਂਟ ਦੇ ਰੂਪ 'ਚ। ਇਹ ਚੋਰ ਦਰਵਾਜ਼ੇ ਰਾਹੀਂ ਇਕੱਲਾ ਕਿਸਾਨ ਨੂੰ ਨਹੀਂ ਮਾਰ ਰਹੇ, ਇਹ ਉੱਥੇ ਜਿਹੜਾ ਪੱਲੇਦਾਰ ਹੈ, ਜਿਹੜਾ ਬੋਰੀਆਂ ਭਰਦਾ ਤੇ ਬੋਰੀਆਂ ਢੋਂਦਾ, ਉਹਨੂੰ ਵੀ ਮਾਰ ਰਹੇ ਆ। ਜਿਹੜਾ ਦਲਿਤ ਅੱਜ ਕਲਰਕ ਲੱਗਿਆ ਹੈ, ਉਹਦੀ ਨੌਕਰੀ ਨੂੰ ਖਤਮ ਕਰਨ ਦੀ ਸਾਜ਼ਿਸ਼ ਹੈ। ਇਹ ਪੂਰੇ ਦੇਸ਼ ਨੂੰ ਵੇਚਣ ਦੀ, ਇਹ ਪੂਰੇ ਦੇਸ਼ ਨੂੰ ਨਿਲਾਮ ਕਰਨ ਦੀ 2, 4, 5 ਪਰਿਵਾਰਾਂ ਦੇ ਹੱਥਾਂ 'ਚ ਇਹ ਬੜੀ ਘਟੀਆ ਸਾਜ਼ਿਸ਼ ਆ RSS ਦੀ। ਇਹਦੇ ਤੇ ਇਕੱਲਾ ਦਲਿਤ ਨਹੀਂ, ਕਿਸਾਨ ਦਾ ਮੈਂ ਬਹੁਤ ਧੰਨਵਾਦ ਦੀਆਂ, ਜਿਨ੍ਹਾਂ ਨੇ 7 ਮਹੀਨੇ ਤੋਂ ਇਕੱਲੇ ਆਪਣੇ ਅਧਿਕਾਰ ਨਹੀਂ, ਉਹ ਸਾਡੇ ਸਾਰੇ ਪੂਰੇ ਦੇਸ਼ ਦੇ ਲੋਕਾਂ ਦੇ ਅਧਿਕਾਰਾਂ ਦੀ ਰਾਖੀ ਕਰ ਰਹੇ ਆ। ਸਾਨੂੰ ਉਸ ਅੰਦੋਲਨ ਨੂੰ ਕਾਮਯਾਬ ਕਰਨਾ ਚਾਹੀਦਾ, ਉਹਦਾ ਸਾਥ ਦੇਣਾ ਚਾਹੀਦਾ, ਕਿਉਂਕਿ ਅਸੀਂ ਵੀ ਤਾਂ ਹੀ ਸੁਰੱਖਿਅਤ ਹਾਂ। ਅਸੀਂ ਵੀ 100 ਰੁਪਏ ਕਿਲੋ, 150 ਰੁਪਏ ਕਿਲੋ ਆਟੇ ਦੀ ਮਾਰ ਤੋਂ ਤਾਂ ਬਚਾਂਗੇ ਜੇ ਕਿਸਾਨਾਂ ਦਾ ਅੰਦੋਲਨ ਕਾਮਯਾਬ ਹੁੰਦਾ ਹੈ। ਹਾਂ ਜੀ, 2022 'ਚ ਜੇ ਗੱਲ ਕੀਤੀ ਜਾਵੇ ਵੀ ਸ਼੍ਰੋਮਣੀ ਅਕਾਲੀ ਦਲ ਔਰ ਬਸਪਾ ਕਿੰਨੀਆਂ ਸੀਟਾਂ ਕੱਢ ਸਕਦੇ? ਮੈਂ ਸੀਟਾਂ ਦੀ ਗਿਣਤੀ ਨਹੀਂ ਜਾਣਦਾ, ਪਰ ਮੈਨੂੰ ਇਹ ਪੱਕਾ ਪਤਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਔਰ ਆਮ ਲੋਕ ਜਿਹੜੇ ਇਸ ਸਰਕਾਰ ਦੇ ਅਤਿਆਚਾਰ ਤੇ ਸ਼ੋਸ਼ਣ ਤੋਂ ਦੁਖੀ ਆ, ਉਹ ਅੱਜ ਬਾਦਲ ਸਾਹਿਬ ਦੇ ਸ਼ਾਸਨ ਨੂੰ ਯਾਦ ਕਰ ਰਹੇ ਆ। ਉਹ ਆਪਣੀਆਂ ਉਹ ਜਿੰਨੀਆਂ ਸਕੀਮਾਂ ਦਲਿਤ ਭਲਾਈ ਜਾਂ ਲੋਕ ਭਲਾਈ ਦੀਆਂ ਸੀਗੀਆਂ, ਉਹ ਅੱਜ ਸਾਰੇ ਲੋਕ, ਅੱਜ ਤੁਸੀਂ ਇਹ ਦੇਖੋ ਪਿਛਲੇ 5 ਦਿਨ ਹੋ ਗਏ 8-8 ਘੰਟੇ 10-10 ਘੰਟੇ ਲਾਈਟ ਬੰਦ ਹੈ। ਜਿਹੜੇ ਤਲਵੰਡੀ ਸਾਬੋ ਦੇ ਵੀ ਦੋਨੇ ਥਰਮਲ ਉੱਡ ਗਏ, ਲਾਈਟ ਦਾ ਇੰਤਜ਼ਾਮ ਨਹੀਂ ਹੈ। ਔਰ ਤੁਸੀਂ 2007 ਤੋਂ 2017 ਤੱਕ ਦਾ ਰਿਕਾਰਡ ਕੱਢੋ, ਨਾ ਲਾਈਟ ਜਾਂਦੀ ਸੀ ਤੇ ਨਾ ਕਦੀ ਲਾਈਟ ਦੇ ਐਕਸਟਰਾ ਚਾਰਜਸ ਜਾਂ ਜੁਰਮਾਨੇ ਲੱਗਦੇ ਸੀਗੇ ਤੇ ਉੱਤੋਂ 200 ਯੂਨਿਟ ਮਾਫ ਸੀਗੇ। ਤੇ ਅੱਜ ਦੇ ਟਾਈਮ 'ਚ ਉਹਨੂੰ ਕੰਪੈਰੀਜ਼ਨ ਕਰੋ, ਪੰਜਾਬ ਉਹ ਪ੍ਰਾਂਤ ਹੈ ਜਿਹੜਾ ਸਭ ਤੋਂ ਵੱਧ ਬਿਜਲੀ ਪੈਦਾ ਕਰਦਾ, ਪਰ ਸਭ ਤੋਂ ਮਹਿੰਗੀ ਬਿਜਲੀ ਪੰਜਾਬ ਦਾ ਜਿਹੜਾ ਕੰਜ਼ਿਊਮਰ ਆ ਉਹ ਪੇ ਕਰ ਰਿਹਾ। ਹਾਂਜੀ, ਲਾਸਟ 'ਚ ਇੱਕ ਗੱਲ ਕਰਨੀ ਚਾਹੁੰਦੇ ਹਾਂ ਕਿ ਕਿਸਾਨ ਵੀ ਆਪਣੀ ਜਥੇਬੰਦੀ ਖੜੇ ਕਰਕੇ ਆਪਣੇ ਐਮਐਲਏ ਖੜੇ ਕਰੂਗੇ ਜਾਂ ਉਹਦੇ ਬਾਰੇ ਕੀ ਕਹਿਣਾ? ਇਹ ਉਹ ਦੱਸ ਸਕਦੇ, ਕਿਸਾਨ ਯੂਨੀਅਨ ਦੱਸ ਸਕਦੇ। ਜਿਹੜਾ ਪਾੜ ਪਿਆ ਕਾਂਗਰਸ 'ਚ ਨਵਜੋਤ ਸਿੰਘ ਸਿੱਧੂ ਦਾ ਔਰ ਕੈਪਟਨ ਦਾ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਸਰ? ਇਹ ਦੇਖੋ, ਨਵਜੋਤ ਸਿੰਘ ਸਿੱਧੂ ਨੂੰ ਵੀ ਅੱਜ ਯਾਦ ਆ ਗਿਆ 4.5 ਸਾਲ ਬਾਅਦ ਇਹ ਸਾਰੇ ਮੁੱਦੇ, ਔਰ ਕਾਂਗਰਸ ਦੀ ਸਰਕਾਰ ਸਾਰੇ ਆਮ ਲੋਕਾਂ ਨੂੰ ਬੇਵਕੂਫ ਬਣਾਉਣ ਦਾ ਕੰਮ ਕਰ ਰਹੀ ਆ। ਇਹ ਜਿਹੜੀਆਂ ਕਾਰਵਾਈਆਂ ਦੇ ਵਿੱਚ ਅੱਜ ਤੱਕ ਪੂਰੇ ਦੇਸ਼ 'ਚ
ਜਿੰਨੇ ਮਰਜ਼ੀ ਕਾਂਡ ਹੋਏ ਆ, ਕਦੀ ਕਿਸੇ ਸਾਬਕਾ ਮੁੱਖ ਮੰਤਰੀ ਜਾਂ ਸਾਬਕਾ ਉਪ ਮੁੱਖ ਮੰਤਰੀ ਜਾਂ ਕਿਸੇ ਪ੍ਰਾਂਤ ਦੇ ਗ੍ਰਹਿ ਮੰਤਰੀ ਨੂੰ ਕਿਸੇ ਇਨਵੈਸਟੀਗੇਸ਼ਨ 'ਚ ਕਦੀ ਸ਼ਾਮਲ ਨਹੀਂ ਕੀਤਾ ਗਿਆ। ਇੱਥੇ ਜਾਣਬੁੱਝ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਔਰ ਕਰਪਸ਼ਨ ਨੂੰ ਲੀਗਲਾਈਜ਼ ਕੀਤਾ ਗਿਆ ਹੈ ਨਾ। ਮੰਤਰੀਆਂ ਦੇ ਦੇਖੋ, ਉਹ ਮੁੰਡਾ ਜਿਹਨੂੰ ਨੌਕਰੀ ਦਿੱਤੀ ਫਤਿਹ ਜੰਗ ਬਾਜਵਾ ਦੇ ਮੁੰਡੇ ਨੂੰ ਪੁਲਿਸ ਨੇ ਪੰਜਾਬ ਸਰਕਾਰ ਨੇ ਪੁਲਿਸ ਇੰਸਪੈਕਟਰ ਦੇ ਰੂਪ 'ਚ ਨੌਕਰੀ ਦਿੱਤੀ। ਉਹ ਨੌਕਰੀ ਦਾ ਅਪਾਇੰਟਮੈਂਟ ਲੈਟਰ ਲੈਣ ਜਾ ਰਿਹਾ ਆ ਤੇ 12 ਲੱਖ ਰੁਪਏ ਦੀ ਘੜੀ ਉਹਦੇ ਹੱਥ ਤੇ ਬੰਨੀ ਹੋਈ ਆ। ਆਮ ਲੋਕਾਂ ਲਈ ਨੌਕਰੀ ਨਹੀਂ ਆ, ਪਰ ਜਿਹੜੇ ਫਿਰ ਜੇ ਤਰਸ ਦੇ ਆਧਾਰ ਤੇ ਨੌਕਰੀ ਆ ਤੇ ਉਹਦਾ ਦਾਦਾ ਮਰਿਆ ਸੀ, ਉਦੋਂ ਤਾਂ ਉਹ ਜੰਮਿਆ ਵੀ ਨਹੀਂ ਸੀਗਾ। ਜੋਗਿੰਦਰਪਾਲ ਪਾਂਡੇ ਵੀ ਮਰਿਆ ਸੀ, ਉਹਦਾ ਪੋਤਾ ਇਹ ਨਹੀਂ ਸੀ ਜੰਮਿਆ। ਉਦੋਂ ਦੁਸ਼ਯੰਤ ਚੌਟਾਲਾ ਇਹ ਨਹੀਂ ਸੀ, ਭੀਸ਼ਮ ਪਾਂਡੇ ਇਹ ਨਹੀਂ ਸੀ ਜੰਮਿਆ। ਇਹਨਾਂ ਨੂੰ ਇਹਨਾਂ ਦੇ ਦਾਦੇ ਦੇ ਮਰੇ ਤੋਂ ਨੌਕਰੀ ਕੋਈ ਸਰਕਾਰ ਦਾ ਕੋਈ ਨਿਯਮ ਨਹੀਂ ਆ। ਮਾਂ ਪਿਓ ਦੇ ਮਰਨ ਦੇ ਉੱਤੇ ਬੱਚੇ ਨੂੰ ਨੌਕਰੀ ਮਿਲਦੀ ਆ, ਦਾਦਾ ਦਾਦੀ ਦੇ ਮਰਨ ਤੇ ਕਿਸੇ ਪੋਤੇ ਨੂੰ ਨੌਕਰੀ ਨਹੀਂ ਮਿਲੀ। ਔਰ ਫਿਰ ਇਹਨਾਂ ਨੂੰ ਐਮਐਲਏ ਤੇ ਮੰਤਰੀਆਂ ਵੀ ਤਾਂ ਮਿਲਦੀਆਂ ਨਾ ਆਪਣੇ ਦਾਦਿਆਂ ਦੇ ਮਰਨ ਦੇ ਉੱਤੇ। 35 ਸਾਲ ਤੋਂ ਐਮਐਲਏ ਆ, ਹਜੇ ਨੌਕਰੀਆਂ ਦੇ ਵੀ ਗਰੀਬ ਲੋਕਾਂ ਦੇ ਅਧਿਕਾਰਾਂ ਦੇ ਉੱਤੇ ਇਹ ਕਬਜ਼ਾ ਕਰ ਰਹੇ, ਅਤਿਆਚਾਰ ਕਰ ਰਹੇ ਉਹਨਾਂ ਤੇ। ਹਾਂਜੀ, ਲਾਸਟ 'ਚ ਕੋਈ ਸੁਨੇਹਾ ਦੇਣਾ ਚਾਹੁੰਦੇ ਸਮਾਜ ਨੂੰ? ਮੈਂ ਪੂਰੇ ਸਮਾਜ ਨੂੰ, ਵਾਲਮੀਕੀ ਸਮਾਜ ਨੂੰ ਵੀ ਔਰ ਪੂਰੇ ਪੰਜਾਬ ਦੇ ਸਮਾਜ ਨੂੰ ਵੀ ਇਹ ਅਪੀਲ ਕਰਨੀ ਚਾਹੁੰਦਾ ਆ ਕਿ ਸੱਚਮੁੱਚ ਸਰਕਾਰਾਂ ਤੇ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਦਾ ਕਰਤੱਵ ਹੁੰਦਾ ਆ ਕਿ ਉਸ ਦੇ ਸ਼ਾਸਨ ਦੇ ਵਿੱਚ ਲੋਕ ਸੱਚਮੁੱਚ ਰਾਤ ਨੂੰ ਖਾਣਾ ਖਾ ਕੇ ਸੋ ਸਕਣ, ਉਹ ਚਿੰਤਾ 'ਚ ਨਾ ਰਹਿਣ। ਪਰ ਪੰਜਾਬ ਦੇ ਲੋਕ ਦੱਸਣਗੇ 2022 ਦੇ ਇਲੈਕਸ਼ਨ 'ਚ ਵੋਟ ਪੋਲ ਕਰਕੇ ਕਿ ਕੀ 2017 ਤੋਂ 22 ਤੱਕ ਉਹ ਚੈਨ ਦੀ ਨੀਂਦ ਸੋਏ ਆ। ਇਹ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਣਾ ਵੀ ਚਾਹੀਦਾ ਆ, ਤੇ ਜੇ ਜਵਾਬ ਦੇਣਗੇ ਤੇ ਅਗਲਾ ਜੀਵਨ ਸੁਰੱਖਿਅਤ ਰਹੇਗਾ। ਇਸ ਕਰਕੇ ਮੇਰੀ ਪ੍ਰਾਰਥਨਾ ਆ ਕਿ ਸੱਚਮੁੱਚ ਸ਼੍ਰੋਮਣੀ ਅਕਾਲੀ ਦਲ ਨੂੰ ਲਿਆਓ, ਜਿਨ੍ਹਾਂ ਨੇ ਵਾਲਮੀਕੀ ਤੀਰਥ ਦਾ ਨਿਰਮਾਣ ਕਰਾਇਆ, ਜਿਨ੍ਹਾਂ ਨੇ ਸਤਿਗੁਰੂ ਰਵਿਦਾਸ ਜੀ ਦੇ ਚਰਨ ਛੋਹ ਧਰਤੀ ਖੁਰਾਲਗੜ੍ਹ ਉਹਦਾ ਨਿਰਮਾਣ ਕਰਾਇਆ, ਜਿਨ੍ਹਾਂ ਨੇ ਬਾਬਾ ਸਾਹਿਬ ਅੰਬੇਡਕਰ ਦੇ ਨਾਮ ਦੇ ਉੱਤੇ ਯੂਨੀਵਰਸਿਟੀ ਕਾਇਮ ਕੀਤੀ, ਔਰ ਜਿਸ ਸਰਕਾਰ ਨੇ ਵਾਲਮੀਕੀ ਸਮਾਜ ਦੇ ਆਰਕਸ਼ਣ ਨੂੰ ਬਚਾਉਣ ਦੇ ਲਈ ਸੁਪਰੀਮ ਕੋਰਟ ਤੱਕ ਲੜਨ ਲਈ ਗਏ, ਔਰ ਜਿਸ ਸਰਕਾਰ ਨੇ ਸਫਾਈ ਕਰਮਚਾਰੀਆਂ ਦੀ ਐਡੀ ਵੱਡੀ ਗਿਣਤੀ 'ਚ ਉਹਨਾਂ ਨੂੰ ਰੈਗੂਲਰ ਕੀਤਾ। ਉਹਨਾਂ ਨੂੰ ਆਪਣੇ ਦੁੱਖਾਂ ਨੂੰ ਘੱਟ ਕਰਨ ਲਈ ਇਮਾਨਦਾਰ ਤੇ ਚੰਗੇ ਲੋਕਾਂ ਨੂੰ ਸ਼ਾਸਨ ਦਿਓ ਤਾਂ ਕਿ ਗਰੀਬ ਤੇ ਪ੍ਰਤਾੜਿਤ ਲੋਕ ਚੈਨ ਦੀ ਨੀਂਦ ਸੋ ਸਕਣ।